ਪੰਜਾਬ ਦੇ ਵਿੱਚ ਮਾਈਨਿੰਗ ਦਾ ਮਸਲਾ ਹਮੇਸ਼ਾ ਭਖਦਾ ਰਹਿੰਦਾ। ਰਾਵੀ ਦਾ ਕੰਢਾ ਜਿੱਥੇ ਮਾਈਨਿੰਗ ਨਜਾਇਜ਼ ਤੌਰ ਤੇ ਕੀਤੀ ਗਈ। ਇਹ ਮੁੱਦਾ ਇੰਨਾ ਖਤਰਨਾਕ ਹੈ ਸਾਡੇ ਦੇਸ਼ ਲਈ। ਪਠਾਨਕੋਟ ਦੀ ਬੰਬਿੰਗ ਹੋਈ, 에ਅਰਬੇਸ ਅਟੈਕ ਹੋਈ, ਉਹ ਸਾਰੇ ਟੈਰਰਿਸਟ ਉੱਥੋਂ ਆਏ। ਇਹਨਾਂ ਨੇ 100 ਫੁੱਟ 200 ਫੁੱਟ ਪੁੱਟਤੀ ਹੈ ਰਿਵਰ। ਉਹਦੇ ਵਿੱਚ ਪਾਕਿਸਤਾਨ ਆਰਮੀ ਦਾ ਟੈਂਕ ਕਾਲਮ ਵੀ ਆ ਸਕਦਾ, ਉਹਦੇ ਵਿੱਚ ਡਰੋਨ ਆ ਸਕਦੇ ਆ, ਉਹਦੇ ਵਿੱਚ ਬੰਗਲਾਦੇਸ਼ੀ ਰੋਹਿੰਗੀਆ ਰਾਤੀ ਆਉਂਦੇ ਨੇ ਉਹਨਾਂ ਟਰੱਕਾਂ ਤੇ। ਔਰ ਉੱਥੇ ਇੰਡੀਆ ਨੂੰ ਸਭ ਤੋਂ ਵੱਡਾ ਖਤਰਾ ਹੈ, ਜੇ ਉੱਥੇ ਪਾਕਿਸਤਾਨੀ ਕਾਲਮ ਆ ਜਾਏ ਇੰਡੀਆ ਨੂੰ 2 ਹਿੱਸਿਆਂ 'ਚ ਕੱਟ ਦੇਗਾ। ਪਾਕਿਸਤਾਨ ਤੁਸੀਂ ਨੋਟ ਕੀਤਾ ਨਾ, ਫਲੱਡਸ ਆਏ, ਚੱਕੀ ਰਿਵਰ ਦਾ ਬ੍ਰਿਜ ਟੁੱਟਿਆ। ਕਿਉਂ ਟੁੱਟਿਆ? ਚੱਕੀ ਰਿਵਰ 'ਚ ਮਾਈਨਿੰਗ ਹੋਈ ਥੱਲੇ। 8-9 ਵੱਡੇ ਟਿੱਪਰ ਟਰੱਕ ਸਤਲੁਜ ਦਰਿਆ ਦੇ ਫਲੋਇੰਗ ਰਿਵਰ ਬੈਡ ਦੇ ਵਿੱਚ ਖੜੇ ਸੀ ਔਰ ਮਾਈਨਿੰਗ ਚੱਲ ਰਹੀ ਸੀ। ਪੰਜਾਬ ਦੇ ਇਲੀਗਲ ਮਾਈਨਰ ਸੀਗੇ, ਉਹ ਹਿਮਾਚਲ 'ਚ ਵੀ ਵੜ ਕੇ ਖੱਡੇ ਪੱਟਤੇ ਉਹਨਾਂ ਨੇ ਰਿਵਰ 'ਚ। ਤੇ ਇਸ ਨੂੰ ਲੈ ਕੇ ਸਰਕਾਰੀ ਵਕੀਲਾਂ ਵੱਲੋਂ, ਸਰਕਾਰ ਕੋਈ ਵੀ ਹੋਵੇ ਜਾਂ ਏਜੀ ਦਫ਼ਤਰ ਤੋਂ ਕੀ ਕੁਛ ਆਇਆ? ਇਹ ਕਹਿਣਾ ਏਜੀ ਆਫਿਸ ਦੀ ਫੁੱਲ ਕਰਪਸ਼ਨ ਹੈ ਇਸ ਮਾਈਨਿੰਗ ਦੇ ਵਿੱਚ। ਸਾਰੀਆਂ ਸਰਕਾਰਾਂ, ਬਾਦਲ ਸਰਕਾਰ, ਕੈਪਟਨ ਸਰਕਾਰ, ਆਪ ਸਰਕਾਰ, ਸਾਰੇ ਏਜੀ ਇਹਦੇ 'ਚ ਇਨਵੋਲਵਡ ਨੇ। ਬਾਦਲਾਂ ਤੋਂ ਟਾਈਮ ਤੇ ਸ਼ੁਰੂ ਹੋਈ, ਕੈਪਟਨ ਸਾਹਿਬ ਦੇ ਟਾਈਮ ਤੇ ਬੱਲੇ ਬੱਲੇ ਹੋਈ, ਚੰਨੀ ਸਾਹਿਬ ਦੇ ਟਾਈਮ ਤੇ ਹੋਰ ਬੱਲੇ ਬੱਲੇ ਹੋਈ, ਤੇ ਭਗਵੰਤ ਸਾਹਿਬ ਮਾਨ ਸਾਰੇ ਰਿਕਾਰਡ ਟੁੱਟ ਗਏ ਹੁਣ ਤਾਂ। ਸਰ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਮੈਂ ਓਪਨਲੀ ਕਹਿੰਦਾ ਫਾਂਸੀ ਦਿਓ, ਗੋਲੀ ਮਾਰਨੀ ਚਾਹੀਦੀ ਹੈ। ਮੈਂ ਇਸ ਲਈ ਕਹਿੰਦਾ ਗੋਲੀ ਮਾਰਨ ਦਾ ਹੱਕ ਹੈ ਭਾਰਤ ਸਰਕਾਰ ਨੂੰ, ਜਿਹੜਾ ਸਾਡੇ ਦੇਸ਼ ਦੀ ਸਿਕਿਉਰਿਟੀ ਨੂੰ ਚੈਲੰਜ ਕਰਦਾ ਹੈ, ਕੋਈ ਵੀ ਹੈ। ਮੈਨੂੰ ਨਹੀਂ ਡਰ ਲੱਗਦਾ, ਦੇਸ਼ ਤੋਂ ਉੱਤੇ ਕੁਝ ਨਹੀਂ। ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਸੀ ਪਹਿਲਾਂ ਵਾਲਿਆਂ ਨੇ ਜਿੰਨਾ ਲੁੱਟਣਾ ਸੀ ਲੁੱਟ ਲਿਆ, ਹੁਣ ਨਹੀਂ ਅਸੀਂ ਲੁੱਟ ਹੋਣ। ਹੱਥ ਜੋੜ ਕੇ ਮੈਂ ਭਗਵੰਤ ਮਾਨ ਜੀ ਤੋਂ ਮਾਫੀ ਮੰਗਦਾ। ਭਗਤ ਸਿੰਘ ਦੀ ਫੋਟੋ ਨੂੰ ਨਾ ਰੋਲੋ, ਪਲੀਜ਼ ਨਾ ਰੋਲੋ। ਕੇਜਰੀਵਾਲ ਸਾਹਿਬ ਦੇ ਪਿੱਛੇ ਲੱਗ ਕੇ ਉਹਨੇ ਪੰਜਾਬ ਰੋਲਤਾ। ਅੱਜ ਵੀ ਰੁਕ ਜਾਓ, ਰੋਕੋ। ਅਨਮੋਲ ਰਤਨ ਸਿੱਧੂ ਸੀਨੀਅਰ ਐਡਵੋਕੇਟ ਏਜੀ ਬਣੇ ਸੀ ਪੰਜਾਬ ਦੇ, ਉਹਨਾਂ ਨੂੰ ਕਿਉਂ ਹਟਾਇਆ ਗਿਆ? ਕਿਉਂਕਿ ਉਹ ਕੰਮ ਕਰ ਰਹੇ ਸੀ। ਮਾਨਯੋਗ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਸਟੈਪ ਲਿਆ ਕਿ ਅਸੀਂ ਇੰਡੀਅਨ ਆਰਮੀ ਦੇ BSF ਨੂੰ ਪੁੱਛਦੇ ਹਾਂ ਕਿ ਰਿਐਲਿਟੀ ਕੀ ਹੈ। ਇਹ ਸਾਨੂੰ ਦਿੱਤਾ ਗਿਆ ਸ਼ਨੀਵਾਰ ਸ਼ਾਮ ਨੂੰ, ਪੇਸ਼ੀ ਸੀ ਮੰਡੇ ਮਾਰਨਿੰਗ। ਅਸੀਂ ਅਜੇ ਵੀ ਉਸੇ ਗੁਲਾਮੀ, ਉਸੇ ਕਰਪਸ਼ਨ, ਕਲੋਨੀਅਲ ਮਾਈਂਡਸੈਟ ਚੱਲ ਰਹੇ ਹਾਂ। ਜੋ SSP ਕਹਿ ਦੇਗਾ ਹੋਏਗਾ। ਅੱਜ ਮੈਂ ਕਹਿਣਾ, ਚੈਲੰਜ ਦੇਣਾ ਓਪਨਲੀ ਔਨ ਯੋਰ ਚੈਨਲ, ਇਹ ਵੱਡੀਆਂ ਵੱਡੀਆਂ ਕਾਰਾਂ ਕਿੱਥੋਂ ਇੰਨੀਆਂ ਪੰਜਾਬ 'ਚ ਵਿਕਦੀਆਂ? ਅਫਸਰ ਕਿਵੇਂ ਚਲਾਉਂਦੇ ਨੇ? ਇਹ ਕਰਪਸ਼ਨ ਤੋਂ ਹੀ ਪੈਸੇ ਆਉਂਦੇ ਨੇ। ਪੰਜਾਬ ਦਾ ਮਸਲਾ ਨਹੀਂ ਹੈ, ਹਿੰਦੁਸਤਾਨ ਦਾ ਮਸਲਾ ਹੋ ਗਿਆ। ਪੰਜਾਬ ਦੇ ਵਿੱਚ ਮਾਈਨਿੰਗ ਦਾ ਮਸਲਾ ਹਮੇਸ਼ਾ ਭਖਦਾ ਰਹਿੰਦਾ। ਸਰਕਾਰ ਕੋਈ ਵੀ ਸੱਤਾ ਧਿਰ ਹੋਵੇ, ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਘਿਰ ਜਾਂਦੀ ਹੈ। ਮਾਈਨਿੰਗ ਪਾਲਿਸੀ ਕੀ ਹੋਣੀ ਚਾਹੀਦੀ ਹੈ, ਇਸ ਨੂੰ ਲੈ ਕੇ ਵੀ ਸਵਾਲਾਤ ਖੜੇ ਹੋ ਜਾਂਦੇ ਨੇ। ਪਰ ਅਸੀਂ ਅੱਜ ਜਿਹੜੇ ਮਸਲੇ ਤੇ ਗੱਲ ਕਰਾਂਗੇ, ਖਾਸ ਕਰਕੇ ਰਾਵੀ ਦਾ ਕੰਢਾ ਜਿੱਥੇ ਮਾਈਨਿੰਗ ਨਜਾਇਜ਼ ਤੌਰ ਤੇ ਕੀਤੀ ਗਈ, ਔਰ ਇਸ ਦਾ ਨੁਕਸਾਨ ਇੰਨਾ ਵੱਡੇ ਪੱਧਰ ਤੇ ਹੋਇਆ ਕਿ ਮਸਲਾ ਅੰਤਰਰਾਸ਼ਟਰੀ ਪੱਧਰ ਤੇ ਇਸ ਕਰਕੇ ਜੁੜ ਜਾਂਦਾ ਹੈ ਕਿਉਂਕਿ ਬਾਰਡਰ ਸਟੇਟ ਹੈ ਪੰਜਾਬ, ਤੇ ਰਾਵੀ ਜਮਾ ਕੰਢੇ ਤੇ ਪੈਂਦਾ ਹੈ, ਬਾਰਡਰ ਤੇ ਪੈਂਦਾ ਹੈ। ਇਸ ਮਸਲੇ 'ਚ ਇੱਕ ਪਟੀਸ਼ਨ ਪਾਈ ਗਈ ਸੀ 2016 ਦੇ ਵਿੱਚ। ਪਟੀਸ਼ਨ ਕਰਤਾ ਵੀ ਸਾਡੇ ਨਾਲ ਨੇ, ਔਰ ਜਿਨ੍ਹਾਂ ਨੇ ਪੈਰਵਾਈ ਕੀਤੀ ਕਾਨੂੰਨੀ ਤੌਰ ਤੇ ਐਡਵੋਕੇਟ APS ਸ਼ੇਰਗਿੱਲ ਵੀ ਸਾਡੇ ਨਾਲ ਨੇ, ਸੁਖਦੀਪ ਸਿੰਘ ਬਾਜਵਾ ਪਟੀਸ਼ਨ ਕਰਤਾ ਨੇ। ਸਭ ਤੋਂ ਪਹਿਲਾਂ ਬਾਜਵਾ ਸਾਹਿਬ, ਮੈਂ ਤੁਹਾਡੇ ਤੋਂ ਮੁੱਢ ਜਾਣਨਾ ਚਾਹੁੰਦਾ ਕਿ ਪਟੀਸ਼ਨ ਜਦੋਂ ਪਾਉਣੀ ਪਈ, ਐਸੀ ਕੀ ਮਜਬੂਰੀ ਬਣੀ? ਤੁਸੀਂ ਕਿਵੇਂ ਪਹਿਲੀ ਵਾਰੀ ਤੁਹਾਡੇ ਧਿਆਨ 'ਚ ਆਇਆ ਕਿ ਇਸ ਉੱਤੇ ਗੱਲ ਹੋਣੀ ਚਾਹੀਦੀ ਹੈ? ਮੇਰੀ ਜੀ ਉੱਥੇ ਜ਼ਮੀਨ ਸੀਗੀ ਰਾਵੀ ਦੇ ਕੰਢੇ ਤੇ ਜੀ, ਤੇ ਜਦੋਂ ਇਹਨਾਂ ਮਾਈਨਿੰਗ ਸ਼ੁਰੂ ਕੀਤੀ ਉਦੋਂ ਨਾਲ ਦੀ ਨਾਲ ਜਿਹੜਾ ਪਾਣੀ ਦਾ ਪੱਧਰ ਡਿੱਗਣਾ ਸ਼ੁਰੂ ਹੋ ਗਿਆ। ਇਹਨਾਂ ਦਰਿਆ ਬੜਾ ਖੂਬਸੂਰਤ ਇਲਾਕਾ ਸੀ, ਸਾਰਾ ਦਰਿਆ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ। ਫਿਰ ਉਦੋਂ ਪਬਲਿਕ ਹੀਅਰਿੰਗ ਰੱਖੀ ਫॉर এনवायरमेंटल ਕਲੀਅਰੈਂਸ, ਉਹਦੇ ਵਿੱਚ ਮੈਂ ਆਬਜੈਕਸ਼ਨ ਰੇਜ਼ ਕੀਤੇ ਕਿਉਂਕਿ ਉੱਥੇ ਕੁਝ ਪੰਛੀਆਂ ਦੀ ਦੁਰਲਭ ਪ੍ਰਜਾਤੀਆਂ ਸੀਗੀਆਂ। ਇੱਕ ਸੀਗੀ ਵਾਈਟ ਰੰਪਡ ਵਲਚਰ, ਜਿਹੜੀ ਬਹੁਤ ਰੇਅਰ ਵਲਚਰ ਆ, ਉਹਦੀ ਬਰੀਡਿੰਗ ਕਾਲੋਨੀ ਸੀਗੀ ਉੱਥੇ, ਉਹਨੂੰ ਡਿਸਟਰਬ ਨਾ ਕਰਨਾ ਜ਼ਰੂਰੀ ਸੀ। ਤੇ ਇਸ ਤੇ এনवायरमेंट ਪੱਖੋਂ ਵੇਖ ਕੇ ਲਾਗੇ ਵਾਈਲਡ ਲਾਈਫ ਸੈਂਚੁਰੀ ਸੀ, ਮੈਂ ਆਨਰੀ ਵਾਈਲਡ ਲਾਈਫ ਵਾਰਡਨ ਉਦੋਂ ਵੀ ਸੀਗਾ। ਤੇ ਇਹ ਸਾਰੀ ਗੱਲਾਂ ਨੂੰ ਵੇਖ ਕੇ ਤੇ ਜਦੋਂ ਸਰਕਾਰ ਨੇ, ਮੈਂ DC ਲੈਵਲ 'ਤੇ, ਪੁਲਿਸ ਲੈਵਲ 'ਤੇ, ਸਟੇਟ ਲੈਵਲ 'ਤੇ ਸਾਰਿਆਂ ਨੂੰ ਚਿੱਠੀਆਂ ਲਿਖੀਆਂ, ਸਾਰਿਆਂ ਨੂੰ ਆਗਾਹ ਕਰਾਇਆ, ਪਰ ਕਿਸੇ ਨੇ ਕੁਛ ਨਾ ਸੁਣੀ। ਸਗੋਂ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਇਹਨਾਂ ਰਲ ਕੇ ਮੈਨੂੰ ਹੈਰਾਸਮੈਂਟ ਕਰਦੇ ਰਹੇ। ਰਾਤ ਨੂੰ ਮਾਈਨਿੰਗ ਬੰਦ ਸੀ, ਰਾਤ ਨੂੰ ਮਾਈਨਿੰਗ ਕਰਨੀ ਸ਼ੁਰੂ ਕਰ ਦੇਣੀ ਇਹਨਾਂ ਨੇ, ਆਪਣੇ ਗੁੰਡੇ ਭੇਜਣੇ ਉੱਥੇ, ਤੇ ਕਿਸੇ ਨੂੰ ਵੜ ਨਹੀਂ ਸੀ ਦਿੰਦੇ ਉੱਥੇ। ਫਿਰ ਸਾਰਾ ਕੁਝ ਦੇਖਦਾ ਫਿਰ ਮੈਨੂੰ ਆਨਰੇਬਲ ਹਾਈ ਕੋਰਟ ਦਾ ਦਰਵਾਜ਼ਾ ਖਟਕਾਉਣਾ ਪਿਆ। ਬਾਜਵਾ ਸਾਹਿਬ, ਇੱਕ ਗੱਲ ਇਹ ਹੀ ਤੁਹਾਡੀ ਗੱਲ ਵਿੱਚੋਂ ਮੈਂ ਲੈਣੀ ਚਾਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਥੋੜ੍ਹੇ ਜਿਹੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਆ ਕਿ ਬਰਬਾਦੀ ਨਾ ਹੋਵੇ, ਕੁਦਰਤੀ ਸਰੋਤ ਨੇ ਸਾਰੇ ਕਿਸੇ ਤਰ੍ਹਾਂ ਦੀ, ਪਰ ਜਿਹੜੇ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਆ ਦਬੋਚ ਲਏ ਜਾਂਦੇ ਆ, ਜਾਂ ਇਹ ਕਹਿ ਲਓ ਪ੍ਰੈਸ਼ਰ ਇੰਨਾ ਪਾਇਆ ਜਾਂਦਾ ਕਿ ਡਰ ਕੇ ਲੋਕ ਪਿੱਛੇ ਬਹਿ ਜਾਂਦੇ ਆ। ਹੋਰ ਉੱਥੇ ਕੀ ਦੇਖਿਆ ਤੁਸੀਂ ਕਿ ਕਿਸ ਤਰੀਕੇ ਨਾਲ ਪ੍ਰੈਸ਼ਰਾਈਜ਼ ਕੀਤੇ ਜਾਂਦੇ ਲੋਕ? ਮੈਨੂੰ ਜੀ ਕਿਸੇ ਇੱਕ ਹੋਰ ਕੇਸ ਦੇ ਵਿੱਚ ਮੈਨੂੰ ਹਾਈ ਕੋਰਟ ਵੱਲੋਂ ਸਿਕਿਉਰਿਟੀ ਦਿੱਤੀ ਗਈ ਸੀ
ਇਹ ਇਸ ਲੈਵਲ ਤੱਕ ਗਏ ਤੇ ਮੇਰੀ ਸਿਕਿਉਰਿਟੀ ਵਿਡਰਾ ਕਰਾਤੀ ਪ੍ਰੈਸ਼ਰ ਕਰਾ ਕੇ, ਤਾਂ ਕਿ ਡਰ ਕੇ ਭੱਜੇ। ਫਿਰ ਪੁਲਿਸ ਵਾਲੇ ਰਾਤ ਨੂੰ ਮੇਰਾ ਫਾਰਮੇਸੀ ਲੱਗ ਗਏ ਉੱਥੇ ਭੇਜ ਦੇਣੇ, ਬੰਦਿਆਂ ਨੂੰ ਤੰਗ ਕਰਨਾ, ਤਾਂ ਕਿ ਇਹ ਗੱਲ ਨਾ ਚੁੱਕੇ। ਅਤੇ ਹੋਰ ਵੀ ਦਰਖਾਸਤਾਂ ਦਵਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਮੈਨੂੰ ਸੱਦ ਕੇ ਹੈਰੈਸਮੈਂਟ ਕਰਨੀ ਉੱਥੇ ਇਹਨਾਂ ਨੇ। ਪਰ ਮੈਂ ਥੋੜ੍ਹਾ ਜਿਹਾ ਆਪਣਾ ਹੌਸਲਾ ਰੱਖਿਆ ਅਤੇ ਮੈਂ ਇਹ ਸੋਚਿਆ ਕਿ ਰਾਵੀ ਨੂੰ ਬਚਾਉਣਾ ਜ਼ਰੂਰੀ ਹੈ, ਇਸ ਕਰਕੇ ਫਿਰ ਇਹ ਪਟੀਸ਼ਨ ਪਾਉਣੀ ਬਹੁਤ ਜ਼ਰੂਰੀ ਹੋ ਗਈ। ਇੱਕ ਸਵਾਲ ਹੋਰ ਹੈ, ਫਿਰ ਆਪਾਂ ਐਡਵੋਕੇਟ ਸਾਹਿਬ ਤੋਂ ਵੀ ਜਾਣਾਂਗੇ ਕਿ ਇਸ ਮਸਲੇ 'ਚ ਕਾਨੂੰਨੀ ਪੱਖ ਕੀ ਰਿਹਾ। ਜਿਹੜੇ ਗੁੰਡਾਗਰਦੀ ਕਰਦੇ ਸੀ, ਮਾਈਨਿੰਗ ਕਰਦੇ ਸੀ, ਉਹਨਾਂ ਨੂੰ ਸਿਆਸੀ ਸ਼ੈ ਪ੍ਰਾਪਤ ਸੀ, ਇਹ ਤੁਹਾਨੂੰ ਲੱਗਦਾ ਹੈ, ਜਾਂ ਫਿਰ ਉਹ ਆਪਸੀ ਪੱਧਰ ਦੇ ਉੱਤੇ ਚਲਾਉਂਦੇ ਸੀ? ਦੇਖੋ ਜੀ, ਇਹਦੇ ਵਿੱਚ ਮੈਂ ਤੁਹਾਨੂੰ ਦੋ ਗੱਲਾਂ ਦੱਸੂੰਗਾ। ਸਿਆਸੀ, ਪੁਲਿਸ ਅਤੇ ਐਡਮਿਨਿਸਟ੍ਰੇਸ਼ਨ, ਇਹ ਤਿੰਨੇ ਰਲੇ ਸੀ, ਅਤੇ ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈਗੀ ਕਿ ਤਿੰਨਾਂ ਨੂੰ ਸ਼ੇਅਰ ਜਾਂਦਾ ਸੀ। ਇਹ ਅਕਾਲੀ ਗਵਰਨਮੈਂਟ ਵੇਲੇ ਇਹ ਕੰਮ ਸ਼ੁਰੂ ਹੋਇਆ, ਕਾਂਗਰਸ ਗਵਰਨਮੈਂਟ ਵੇਲੇ ਇਹ ਥਰਾਈਵ ਕੀਤਾ, ਵਧਿਆ ਫੁੱਲਿਆ, ਅਤੇ ਹੁਣ ਤੱਕ ਚੱਲ ਰਿਹਾ ਹੈ। ਸੋ ਇਹ ਸਭ ਤੁਸੀਂ ਲਾ ਸਕਦੇ ਹੋ ਕਿ ਜਿਹੜਾ ਵੀ ਸਰਕਾਰ ਆਉਂਦੀ ਹੈ ਉਹ ਉਹਨਾਂ ਦਾ ਮਿਲੀ ਭਗਤ ਹੁੰਦਾ ਵਿੱਚ ਇਹਦੇ। ਤਾਂ ਜਦੋਂ ਹੁਣ ਸਰਕਾਰ ਬਦਲ ਗਈ ਹੈ, ਹੁਣ ਵੀ ਉਹੀ ਹਾਲਾਤ ਨੇ ਜਾਂ ਹੁਣ ਠੱਲ ਪਈ ਹੈ? ਤੁਸੀਂ ਵੇਖੋ BSF ਅਤੇ ਆਰਮੀ ਦਾ ਐਫੀਡੇਵਿਟ ਤੁਹਾਡੇ ਸਾਹਮਣੇ ਹੈ। ਉਹਨਾਂ ਐਫੀਡੇਵਿਟ ਦਿੱਤਾ ਕਿ ਹਜੇ ਵੀ ਕੰਮ ਚੱਲ ਰਿਹਾ। ਉਹਨਾਂ ਨੂੰ ਹੁਣ ਕੌਣ ਕਾਉਂਟਰੈਕਟ ਕਰ ਸਕਦਾ? ਸੱਚਾਈ ਹੋਣੀ ਉਹਦੇ ਵਿੱਚ, ਤਾਂ ਹੀ ਚੱਲ ਰਿਹਾ। ਕਿਉਂਕਿ ਮਾਈਨਿੰਗ ਮੰਤਰੀ ਨੇ ਜਿਹੜੇ ਹਰਜੋਤ ਬੈਂਸ ਲਗਾਤਾਰ ਦਾਅਵਾ ਕਰਦੇ ਨੇ, ਕਹਿੰਦੇ ਪਹਿਲਾਂ ਵਾਲਿਆਂ ਨੇ ਲੁੱਟਣਾ ਸੀ, ਲੁੱਟ ਲਿਆ, ਹੁਣ ਅਸੀਂ ਕਾਬੂ ਕਰ ਲਏ। ਹੁਣ ਦੇਖੋ BSF ਆਰਮੀ ਉੱਥੇ ਬੈਠੇ ਨੇ, ਉਹ ਐਫੀਡੇਵਿਟ ਦੇ ਰਹੇ ਨੇ ਕਿ ਕੰਮ ਹਜੇ ਦਿਨ ਰਾਤ ਚੱਲ ਰਿਹਾ, ਅਤੇ ਇਹ ਕਿਵੇਂ ਡਿਨਾਈ ਕਰ ਸਕਦੇ ਕਿ ਨਹੀਂ ਚੱਲ ਰਿਹਾ? ਜੀ ਐਡਵੋਕੇਟ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਇਸ ਮਸਲੇ ਦੇ ਵਿੱਚ ਹੋਰ ਕਿਹੜੀ ਬਰੀਕੀ ਤੁਸੀਂ ਤਾਂ ਧਿਆਨ ਨਾਲ ਕੇਸ ਨੂੰ ਨੇੜੇ ਤੋਂ ਜਾਣਿਆ? ਦੇਖੋ ਜੀ, ਅਸੀਂ 2016 ਜਦ ਸ਼ੁਰੂ ਕੀਤਾ ਸੀ, ਜਵਾਬ ਆ ਗਏ, ਅਸੀਂ ਬਹੁਤ ਰੌਲਾ ਪਾਇਆ। ਮੈਂ ਬਹੁਤ ਤਰੀਕਿਆਂ 'ਤੇ ਕਈ ਚੀਫ ਜਸਟਿਸ ਬਦਲੇ ਤਦ ਦੇ 6 ਸਾਲਾਂ 'ਚ। ਉਹ ਇਸ ਗੱਲ 'ਤੇ ਕੋਈ ਰੁਕਦਾ ਹੀ ਨਹੀਂ ਸੀ ਕਿ ਵੀ ਇਲੀਗਲ ਮਾਈਨਿੰਗ ਹੁੰਦੀ ਹੈ। ਇਹ ਕਰਪਸ਼ਨ ਜਿਵੇਂ ਸਾਡੇ ਦੇਸ਼ ਨੂੰ ਖਾ ਰਹੀ ਹੈ ਦੀਮਕ ਵਾਂਗੂ, ਇਲੀਗਲ ਮਾਈਨਿੰਗ ਅਤੇ ਕਰਪਸ਼ਨ ਇੱਕ ਹੀ ਚੀਜ਼ ਹੈ। ਹਰ ਵਾਕ ਆਫ ਲਾਈਫ 'ਚ ਕਰਪਸ਼ਨ ਹੈ ਇੰਡੀਆ ਦੇ ਵਿੱਚ। ਇਹ ਇਲੀਗਲ ਮਾਈਨਿੰਗ ਵੀ ਉਹਦਾ ਹੀ ਬਾਈ ਪ੍ਰੋਡਕਟ ਹੈ। ਭਾਈ ਸਾਹਿਬ ਨੇ ਹਿੰਮਤ ਕੀਤੀ, ਮੈਂ ਵੀ ਕੀਤੀ। ਇਹ ਬੜਾ ਖਤਰਨਾਕ ਇਸ਼ੂ ਹੈ ਅੱਜ ਵੀ ਸਾਡੇ ਲਈ, ਇਹਨਾਂ ਤੋਂ ਜ਼ਿਆਦਾ ਮੇਰੇ ਲਈ ਹੋ ਗਿਆ, ਕਿਉਂਕਿ 2 ਅਗਸਤ ਨੂੰ ਮੇਰੇ ਦਿਮਾਗ 'ਚ ਆਈ ਗੱਲ ਕਿ ਵੀ ਚੀਫ ਜਸਟਿਸ ਸਾਹਿਬ ਨੂੰ ਮੈਂ ਕਿਵੇਂ ਕਨਵਿੰਸ ਕਰਾਂ ਕਿ ਸਾਰੇ ਦੇਸ਼ ਦੀ ਸਿਕਿਉਰਿਟੀ ਬਹੁਤ ਵੱਡਾ ਇਸ਼ੂ ਹੈ। ਇਲੀਗਲ ਅਤੇ ਲੀਗਲ ਆਪਾਂ ਮਤਲਬ ਅੱਜ ਦੀ ਡੇਟ 'ਚ ਬਹੁਤ ਮੈਨੂੰ ਦੁੱਖ ਹੁੰਦਾ ਕਹਿੰਦੇ ਹੋਏ ਕਿ ਆਪਾਂ ਪੰਜਾਬੀ, ਹਰਿਆਣਵੀ, ਹਿਮਾਚਲੀ ਸਟੇਟਾਂ ਵਾਲੇ ਬਹੁਤ ਗੱਲ ਕਰਦੇ ਹਾਂ, ਆਪਾਂ ਇੰਡੀਆ ਬਾਰੇ ਕੋਈ ਨਹੀਂ ਗੱਲ ਕਰਦਾ। ਇਹ ਵੀ ਪਹਿਲੇ ਇੰਡੀਅਨ ਹੈ ਫਿਰ ਪੰਜਾਬੀ ਹੈ, ਮੈਂ ਵੀ ਪਹਿਲੇ ਇੰਡੀਅਨ ਹੈ ਫਿਰ ਪੰਜਾਬੀ ਹਾਂ। ਔਰ ਇਹ ਮੁੱਦਾ ਇੰਨਾ ਖਤਰਨਾਕ ਹੈ ਸਾਡੇ ਦੇਸ਼ ਲਈ। ਪਠਾਨਕੋਟ ਦੀ ਬੰਬਿੰਗ ਹੋਈ, ਏਅਰਬੇਸ ਅਟੈਕ ਹੋਈ, ਉਹ ਸਾਰੇ ਟੈਰਰਿਸਟ ਉੱਥੋਂ ਆਏ। ਕਿਉਂਕਿ ਤੁਹਾਨੂੰ ਗੱਲ ਸਮਝ ਨਹੀਂ ਪਏਗੀ, ਇਹਨਾਂ ਨੇ 100 ਫੁੱਟ 200 ਫੁੱਟ ਪੁੱਟਤੀ ਹੈ ਰਿਵਰ। ਉਹਦੇ ਵਿੱਚ ਪਾਕਿਸਤਾਨ ਆਰਮੀ ਦਾ ਟੈਂਕ ਕੋਲਮ ਵੀ ਆ ਸਕਦਾ, ਉਹਦੇ ਵਿੱਚ ਡਰੋਨ ਆ ਸਕਦੇ ਹੈ, ਉਹਦੇ ਵਿੱਚ ਬੰਗਲਾਦੇਸ਼ੀ ਰੋਹਿੰਗੀਆ ਰਾਤੀ ਆਉਂਦੇ ਨੇ ਉਹਨਾਂ ਟਰੱਕਾਂ 'ਤੇ। ਡਰੱਗ ਤਸਕਰੀ, ਨਾਰਕੋ ਟੈਰਰਿਜ਼ਮ ਸਭ ਕੁਝ ਇਨਵੋਲਡ ਹੈ। ਇਹ ਇਕੱਲੀ ਇਲੀਗਲ ਮਾਈਨਿੰਗ ਨਹੀਂ ਹੈ, ਇਹ ਮੇਰੇ ਹਿੰਦੁਸਤਾਨ 'ਤੇ ਸਭ ਤੋਂ ਵੱਡਾ ਅਟੈਕ ਹੈ ਜਦ ਤੋਂ ਸਾਡੀ ਇੰਡੀਪੈਂਡੈਂਸ ਆਈ ਹੈ। ਇਹ ਇਕੱਲਾ ਮੁੱਦਾ ਮਾਈਨਿੰਗ, ਇਲੀਗਲ ਮਾਈਨਿੰਗ ਦਾ ਨਹੀਂ ਹੈ ਜੀ। ਜਿਵੇਂ ਭਾਈ ਸਾਹਿਬ ਨੇ ਕਿਹਾ, ਮੈਂ ਵੀ ਓਪਨਲੀ ਕਹਿੰਦਾ, ਪੈਸੇ ਹਰ ਵਾਕ ਆਫ ਲਾਈਫ 'ਚ ਜਾਂਦੇ ਰਹੇ ਨੇ ਉੱਥੇ, ਐਡਮਿਨਿਸਟ੍ਰੇਸ਼ਨ ਨਾਲ, ਪੁਲਿਸ ਨਾਲ, ਸਭ ਕੁਝ ਨਾਲ, ਅਤੇ CM ਨਾਲ। ਮੈਂ 6 ਜੂਨ ਦੀ ਤੁਹਾਨੂੰ ਵੀਡੀਓ ਹੁਣੇ ਦਿਖਾਉਣਾ ਆਪਣੇ ਫੋਨ 'ਤੇ। ਮੈਂ ਇੱਕ ਮਰਡਰ ਕੇ ਟਰਾਇਲ ਕਰਨ ਜਾ ਰਿਹਾ ਸੀ ਕਪੂਰਥਲੇ, ਗੱਡੀ ਵੈਸੇ ਰੋਕੀ ਕਿ ਬਹੁਤ ਸੋਹਣਾ ਮੌਸਮ ਹੈ, ਫੋਟੋ ਖਿੱਚੀਏ ਇਹਦੇ ਸਤਲੁਜ ਦਰਿਆ ਦੀ। ਐਕਸਕੇਵੇਟਰ ਅਤੇ 8-9 ਵੱਡੇ ਟਿੱਪਰ ਟਰੱਕ ਸਤਲੁਜ ਦਰਿਆ ਦੇ ਫਲੋਇੰਗ ਰਿਵਰ ਬੈਡ ਦੇ ਵਿੱਚ ਖੜੇ ਸੀ ਔਰ ਮਾਈਨਿੰਗ ਚੱਲ ਰਹੀ ਸੀ। ਸਾਡੇ ਕੋਲ ਇੱਕ ਮਿੱਤਰ ਸੀ ਨਾਲ ਕਾਰ 'ਚ, ਜਿਹੜਾ ਵੈਸੇ ਗਿਆ ਸੀ, ਜਿਹੜੇ ਚੰਡੀਗੜ੍ਹ ਦੇ ਆਪ ਦੇ ਪ੍ਰਵਕਤਾ ਨੇ ਚੰਦਰਮੁਖੀ ਜੀ, ਉਹਨੇ ਵੀ ਵੀਡੀਓ ਬਣਾਈ ਆਪਣੇ ਫੋਨ 'ਤੇ। ਉਹਨੂੰ ਵੀ ਗੁੱਸਾ ਆਇਆ, ਉਹਨੇ ਵੀਡੀਓ ਭੇਜੀ। ਉਹਨਾਂ ਨੂੰ ਕਿਹਾ ਕਿ ਭਗਵੰਤ ਮਾਨ ਜੀ ਨੂੰ ਵੀ ਵੀਡੀਓ ਭੇਜੋ। ਮੈਂ ਕਿਹਾ ਭੇਜੀ ਉਹਨਾਂ ਨੇ, ਪਰ ਕੋਈ ਰਿਐਕਸ਼ਨ ਨਹੀਂ, ਕੁਛ ਨਹੀਂ। 2 ਅਗਸਤ ਨੂੰ ਮੈਨੂੰ ਲੱਗਾ ਕਿ ਵੀ ਅਸੀਂ ਤਾਂ ਪਟੀਸ਼ਨ ਖਾਰਜ ਹੋ ਜਾਏ, 6 ਸਾਲ ਹੋ ਗਏ ਧੱਕੇ ਖਾਂਦੇ ਸਾਨੂੰ, ਕਿ ਵੀ ਔਨਰੇਬਲ ਬੈਂਚ ਉੱਥੇ ਭਾਰਤ ਸਰਕਾਰ ਦਾ ਵਕੀਲ ਖੜਾ ਸੀ, ਉਹ ਵੀ ਕੁਛ ਨਹੀਂ ਕਰਕੇ ਰਾਜੀ, ਕਿਉਂਕਿ ਉਹ ਹਰ ਥਾਂ 'ਤੇ ਪਹੁੰਚ ਸਕਦੇ ਨੇ। ਉਹਨਾਂ ਦੇ ਹੱਥ ਇੰਨੇ ਲੰਬੇ ਨੇ, ਨਾ ਬਾਜਵਾ ਸਾਹਿਬ ਨੂੰ ਪੈਂਦੇ ਨੇ, ਨਾ ਸ਼ੇਰਗਿੱਲ ਨੂੰ ਪੈਂਦੇ ਨੇ। ਸ਼ੇਰਗਿੱਲ ਵੈਸੇ ਹੀ ਬਹੁਤ ਪੰਗੇ ਲੈਂਦਾ ਹੈ ਸ਼ੁਰੂ ਤੋਂ ਆਪਣੇ ਕੰਟਰੀ ਲਈ, ਔਰ ਲੈਂਦਾ ਵੀ ਰਹੇਗਾ ਜਦ ਤੱਕ ਸਾਹ ਰਹੇਗਾ। ਮੇਰਾ ਇੱਕ ਸਵਾਲ ਇਸੇ ਨਾਲ ਜੁੜਿਆ ਹੋਇਆ, ਜਦੋਂ ਇਹ ਸਾਰੀ ਕਾਨੂੰਨੀ ਤੌਰ ਦੇ ਉੱਤੇ ਵੀ ਤੁਸੀਂ ਪੱਖ ਰੱਖ ਰਹੇ ਸੀ ਆਪਣਾ, ਕਿਸ ਤਰੀਕੇ ਨਾਲ ਇਕੱਲਾ ਮਾਈਨਿੰਗ ਦਾ ਮਸਲਾ ਨਹੀਂ ਹੈ, ਹੋਰ ਬੜੀਆਂ ਚੀਜ਼ਾਂ ਨੇ, ਸੁਰੱਖਿਆ ਦਾ ਮਸਲਾ ਹੈ, ਤਾਂ ਇਸ ਨੂੰ ਲੈ ਕੇ ਸਰਕਾਰੀ ਵਕੀਲਾਂ ਵੱਲੋਂ, ਸਰਕਾਰ ਕੋਈ ਵੀ ਹੋਵੇ ਜਾਂ AG ਦਫ਼ਤਰ ਤੋਂ ਕੀ ਕੁਛ ਆਇਆ? ਕਹਿਣਾ AG ਆਫਿਸ ਦੀ ਫੁੱਲ ਕਰਪਸ਼ਨ ਹੈ ਇਸ ਮਾਈਨਿੰਗ ਦੇ ਵਿੱਚ। ਸਾਰੀਆਂ ਸਰਕਾਰਾਂ, ਬਾਦਲ ਸਰਕਾਰ, ਕੈਪਟਨ ਸਰਕਾਰ, ਆਪ ਸਰਕਾਰ, ਸਾਰੇ AG ਇਹਦੇ 'ਚ ਇਨਵੋਲਡ ਨੇ। ਐਡਵੋਕੇਟ ਜਨਰਲ ਦੀ ਨੌਲੇਜ ਬਿਨਾਂ ਇਹ ਹੋ ਹੀ ਨਹੀਂ ਸਕਦਾ।
ਔਰ ਇਸ ਬਾਬਤ ਤੁਸੀਂ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਮੈਂ ਕੀਤੀ? ਕਹਿਣਾ ਚਾਹਾਂਗਾ ਸਿੱਧੂ ਸਾਹਿਬ ਦੀ ਨੌਲੇਜ 'ਚ ਸ਼ਾਇਦ ਨਾ ਹੋਵੇ, ਥੋੜੀ ਦੇਰ ਰਹੇ ਨੇ ਜੀ, ਨਵੇਂ ਜੀ ਦਾ ਮੈਨੂੰ ਪਤਾ ਕੋਈ ਨਹੀਂ, ਪਰ ਜਿੰਨੇ ਪਹਿਲੇ ਸੀਗੇ, ਤੁਹਾਨੂੰ ਪਤਾ ਨਾ ਬੇਅਦਬੀ ਦੇ ਕੇਸ 'ਚ ਕੀ ਹੋਇਆ ਸੀ ਪਿਛਲੇ ਸਾਲ ਕੁੰਵਰ ਵਿਜੇ ਪ੍ਰਤਾਪ ਨਾਲ, ਉਹਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ। ਐਤਕੀ ਹੁਣ ਫਿਰ ਕੇਸ 4 ਜੁਲਾਈ ਨੂੰ ਡਿਸਾਈਡ ਹੋਇਆ ਔਰ ਉਹਦੇ ਕਿਹਾ ਗਿਆ ਜਾਓ ਟ੍ਰਾਇਲ ਕੋਰਟ ਕੋਲ ਸਾਰੇ, ਕਿਉਂਕਿ VVIP ਬੰਦੇ ਇਨਵੋਲਵ ਨੇ ਉਹਦੇ 'ਚ। ਕੁਐਸਚਨ ਇਹ ਹੈ ਕਿ ਪੰਜਾਬ ਬਣ ਗਿਆ ਗੜ VVIP ਗੜ, ਇਹ ਨਾਰਮਲ ਸਟੇਟ ਨਹੀਂ ਹੈ, ਇਹ VVIP ਸਟੇਟ ਹੋ ਗਿਆ। ਆਮ ਬੰਦੇ ਲਈ ਤਾਂ ਹੈ ਹੀ ਨਹੀਂ। ਤੁਸੀਂ ਦੇਖ ਰਹੇ ਹੋ ਸਾਰੇ IELTS ਦੇ ਸੈਂਟਰ ਹਰ ਸ਼ਹਿਰ 'ਚ ਭਰੇ ਪਏ ਨੇ। ਕਿਉਂ ਭੱਜ ਰਹੇ ਨੇ ਲੋਕ? ਪੰਜਾਬੀ ਭੱਜ ਰਹੇ ਨੇ ਪੰਜਾਬ ਛੱਡ ਕੇ। ਕਿਉਂ? ਉਹ ਡਰਦੇ ਨੇ, ਆਵਾਜ਼ ਚੁੱਕੀ ਕੋਈ ਗੱਲ ਵੱਢ ਦੂ, ਕੋਈ ਗੋਲੀ ਮਾਰ ਦੂ, ਕੋਈ ਐਕਸੀਡੈਂਟ ਕਰ ਦੂ, ਕੋਈ ਝੂਠੇ ਕੇਸ ਫਸਾ ਦੇਗਾ। ਠੀਕ ਹੈ ਜੀ, ਇਹ ਮੁੱਦਾ ਹੈ ਦੇਸ਼ ਦੀ ਆਜ਼ਾਦੀ ਦਾ। ਜਿਹੜੇ ਅਸੀਂ ਗੁਲਾਮੀ ਕਰ ਰਹੇ ਹਾਂ ਨਾ, ਅਜੇ ਵੀ ਸਾਡਾ ਦੇਸ਼ ਗੁਲਾਮ ਹੈ। ਅੱਜ ਵੀ ਜੋ ਅੰਗਰੇਜ਼ ਛੱਡ ਗਏ ਸੀ ਆਪਣੀ ਮਾਂ, ਅੰਗਰੇਜ਼ੀ ਦਾ ਵੀ ਗੁਲਾਮ ਹੈ। ਅਸੀਂ ਅਜੇ ਵੀ ਉਸੇ ਗੁਲਾਮੀ, ਉਸੇ ਕਰਪਸ਼ਨ, ਕੋਲੋਨੀਅਲ ਮਾਈਂਡਸੈਟ ਚੱਲ ਰਹੇ ਹਾਂ। ਜੋ SSP ਕਹਿ ਦੇਗਾ ਹੋਏਗਾ। ਅੱਜ ਮੈਂ ਕਹਿਣਾ ਚੈਲੰਜ ਦੇਣਾ ਓਪਨਲੀ ਔਨ ਯੋਰ ਚੈਨਲ, ਇਹਨਾਂ ਦੀ ਸਾਰਿਆਂ ਦੀ ਇਨਕੁਆਇਰੀ ਕਰਾਓ, ਡਿਸਪ੍ਰੋਪੋਰਸ਼ਨੇਟ ਐਸੈਟਸ ਦੀ। ਸਾਰੇ ਪੰਜਾਬ ਦੇ PCS ਤੋਂ IAS ਬਣੇ ਅਫਸਰਾਂ ਦੀ ਵੀ ਹੁਣੇ ਪੋਪਲੀ ਸਾਹਿਬ ਫੜੇ ਗਏ ਇੱਥੇ। ਠੀਕ ਹੈ ਜੀ, ਚੈੱਕ ਕਰਾਓ ਸਾਰਿਆਂ ਦੀ। ਇਹ ਵੱਡੀਆਂ ਵੱਡੀਆਂ ਕਾਰਾਂ ਕਿੱਥੋਂ ਇੰਨੀਆਂ ਪੰਜਾਬ 'ਚ ਵਿਕਦੀਆਂ? ਅਫਸਰ ਕਿਵੇਂ ਚਲਾਉਂਦੇ ਨੇ? ਇਹ ਕਰਪਸ਼ਨ ਤੋਂ ਹੀ ਪੈਸੇ ਆਉਂਦੇ ਨੇ ਔਰ ਇਹ ਸਭ ਚੀਜ਼ਾਂ ਤੋਂ ਆਉਂਦੇ ਨੇ। ਦਿਸ ਇਜ਼ ਅ ਡਾਇਰੈਕਟ ਪ੍ਰੂਫ ਕਿ ਇਹ ਦੇਸ਼ ਦੇ ਵੀ ਦੇਸ਼ ਦਰੋਹੀ ਨੇ ਸਾਰੇ, ਕਿਉਂਕਿ ਪਾਕਿਸਤਾਨ ਨਾਲ ਬਾਰਡਰ ਲੱਗਦਾ, ਉਹ ਚਿਕਨ ਨੈਕ ਹੈ ਇੰਡੀਆ ਦੀ। ਔਰ ਉੱਥੇ ਇੰਡੀਆ ਨੂੰ ਸਭ ਤੋਂ ਵੱਡਾ ਖਤਰਾ ਹੈ। ਜੇ ਉੱਥੇ ਪਾਕਿਸਤਾਨੀ ਕਾਲਮ ਆ ਜਾਏ, ਇੰਡੀਆ ਨੂੰ 2 ਹਿੱਸਿਆਂ 'ਚ ਕੱਟ ਦੇਗਾ, ਕਿਉਂਕਿ ਅੱਗੇ ਜਾ ਕੇ ਰਣਜੀਤ ਸਾਗਰ ਡੈਮ ਹੈ। ਰਣਜੀਤ ਸਾਗਰ ਡੈਮ ਬਣਾਇਆ ਗਿਆ ਸੀ ਇੰਡੀਆ ਦੀ ਸਿਕਿਉਰਿਟੀ ਲਈ, ਕਿ ਕਦੀ ਲੋੜ ਪਏ ਖੋਲ੍ਹਤੇ ਜਾਏਗਾ ਡੈਮ ਔਰ ਇੱਕ ਬੈਰੀਅਰ ਬਣ ਜਾਏਗਾ ਪਾਣੀ ਦਾ। ਪਾਕਿਸਤਾਨ ਤੁਸੀਂ ਨੋਟ ਕੀਤਾ ਨਾ, ਫਲੱਡਸ ਆਏ, ਚੱਕੀ ਰਿਵਰ ਦਾ ਬ੍ਰਿਜ ਟੁੱਟਿਆ। ਕਿਉਂ ਟੁੱਟਿਆ? ਚੱਕੀ ਰਿਵਰ 'ਚ ਮਾਈਨਿੰਗ ਹੋਈ ਥੱਲੇ, ਮਾਈਨਿੰਗ ਵੀ ਫਲੋਇੰਗ ਰਿਵਰ ਵਾਟਰ 'ਚ, ਜਿਹਦਾ ਇੰਪੈਕਟ ਜਾ ਕੇ ਉਸ ਬ੍ਰਿਜ 'ਤੇ ਹੋਇਆ ਜਿਹੜਾ ਅੰਗਰੇਜ਼ਾਂ ਦਾ ਬਣਾਇਆ ਹੋਇਆ ਸੀ। ਮੈਂ ਅੱਜ ਤੱਕ 54 ਸਾਲ ਉਮਰ 'ਚ ਅੰਗਰੇਜ਼ਾਂ ਦਾ ਕੋਈ ਪੁਲ ਟੁੱਟਦਾ ਨਹੀਂ ਵੇਖਿਆ। ਉੱਤਰਾਖੰਡ 'ਚ ਮੈਂ ਜਾਂਦਾ, ਮੈਂ ਹਰਿਦੁਆਰ ਜਾਂਦਾ, ਅੰਗਰੇਜ਼ਾਂ ਦੇ ਪੁਲ ਬਣਾਏ ਅੱਜ ਤੱਕ ਚੱਲਦੇ ਨੇ। ਪਰ ਪਠਾਨਕੋਟ ਵਾਲਾ ਢਹਿ ਹੋ ਗਿਆ। ਢੇਰੀ ਹੋ ਗਿਆ ਬਿਕੋਜ਼ ਉਹਦੇ ਨਾਲ ਪਠਾਨਕੋਟ ਦੇ ਜੇ ਪੰਜਾਬ ਦੇ ਇਲੀਗਲ ਮਾਈਨਰ ਸੀਗੇ, ਉਹ ਹਿਮਾਚਲ 'ਚ ਵੀ ਵੜ ਕੇ ਖੱਡੇ ਪੱਟ ਤੇ ਉਹਨਾਂ ਨੇ ਰਿਵਰ 'ਚ। ਬਾਜਵਾ ਸਾਹਿਬ ਤਾਂ ਨਾਲ ਰਹਿੰਦੇ ਰਹੇ ਨੇ ਰਿਵਰ ਦੇ। ਮੈਂ ਜੋਗਰਾਫੀ ਦਾ ਪੁਰਾਣਾ ਸਟੂਡੈਂਟ ਹਾਂ। ਇੱਕ ਪਾਸੇ ਤੁਸੀਂ ਖੱਡਾ ਪੱਟਤਾ, ਪਾਣੀ ਦਾ ਫਲੋ ਵਧੇਗਾ ਕਿ ਨਹੀਂ ਵਧੇਗਾ? ਸਾਰੇ ਉੱਥੇ ਤੁਹਾਡੇ ਟਿਊਬਵੈਲ ਖਾਲੀ ਹੋ ਗਏ, ਇਹਨਾਂ ਦੇ ਵੀ ਖਾਲੀ ਹੋ ਗਏ, ਖੂਹ ਖਾਲੀ ਹੋ ਗਏ, ਹੈਂਡ ਪੰਪ ਸੁੱਕ ਗਏ। ਰੋਪੜ ਜ਼ਿਲ੍ਹੇ 'ਚ ਹੈਂਡ ਪੰਪ ਸੁੱਕ ਗਏ। 15 ਫੁੱਟ ਤੋਂ ਪਾਣੀ 100 ਫੁੱਟ ਤੇ ਚੱਲ ਗਿਆ। 15 ਫੁੱਟ ਤੋਂ ਸਿੱਧਾ 100 ਫੁੱਟ ਤੇ। ਅਸੀਂ ਇਸ ਮਸਲੇ ਤੇ ਤੁਹਾਡੇ ਤੋਂ ਵੀ ਜਾਣਦੇ ਹਾਂ ਕਿ ਹੋਰ ਕੀ ਤਾਜ਼ਾ ਹਾਲਾਤ ਬਣੇ ਨੇ। ਮਾਣਯੋਗ ਹਾਈ ਕੋਰਟ ਦਾ ਇਸ ਮਸਲੇ ਦੇ ਉੱਤੇ ਹੁਣ ਤਾਜ਼ਾ ਕੀ ਹੈ ਕਹਿਣਾ? ਮਾਨਯੋਗ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਸਟੈਪ ਲਿਆ ਕਿ ਅਸੀਂ ਇੰਡੀਅਨ ਆਰਮੀ ਦੇ BSF ਨੂੰ ਪੁੱਛਦੇ ਹਾਂ ਕਿ ਰਿਐਲਿਟੀ ਕੀ ਹੈ। ਅਸੀਂ ਤਾਂ ਹੁਣ ਪਟੀਸ਼ਨਰ ਹਾਂ। PIL ਨੂੰ ਵੈਸੇ ਵੀ ਕੋਈ ਐਂਟਰਟੇਨ ਨਹੀਂ ਕਰਕੇ ਰਾਜੀ ਅੱਜ ਦੀ ਡੇਟ 'ਚ। ਸੁਪਰੀਮ ਕੋਰਟ ਨੇ ਇੰਨੀਆਂ ਸਖਤ ਗਾਈਡਲਾਈਨਸ ਬਣਾਈਆਂ ਹੋਈਆਂ ਕਿ ਵੀ PIL ਕੋਈ ਕਰਨਾ ਵੀ ਚਾਹੇ ਕਰ ਹੀ ਨਹੀਂ ਸਕਦਾ। ਮੈਂ ਬਹੁਤ ਕੀਤੀਆਂ ਆਪਣੇ ਜ਼ਮਾਨੇ 'ਚ, ਬਹੁਤ ਰਿਜ਼ਲਟ ਕੱਢੇ ਨੇ, ਪਰ ਅੱਜ ਦੀ ਡੇਟ 'ਚ ਮੈਂ ਜਾਵਾਂ ਤਾਂ ਮੈਨੂੰ ਸਾਰੇ ਸਬੂਤ ਲੈ ਕੇ ਜਾਣੇ ਪੈਂਦੇ ਨੇ। ਇਹ ਸਬੂਤ ਤਾਂ ਸਾਡੀ ਭਾਰਤ ਦੀ ਸੈਨਾ ਨੇ ਦੇ ਦਿੱਤਾ, BSF ਨੇ ਦੇ ਦਿੱਤਾ, ਜਿਨ੍ਹਾਂ ਨੇ ਦੇਖਿਆ ਕਿ ਉੱਥੇ ਕੀ ਹੋ ਰਿਹਾ। ਇਹ ਮਤਲਬ ਲੁੱਟ ਹਨੇਰੀ ਔਰ ਰਾਜਾ ਸੁੱਤਾ ਪਿਆ। ਹੋ ਸਕਦਾ ਕਿ CM ਨੂੰ ਨਾ ਪਤਾ ਹੋਏ। CM ਹੈਲੀਕਾਪਟਰ ਲੈ ਕੇ ਘੁੰਮਦੇ ਨੇ, ਇਹਨਾਂ ਨੂੰ ਸਾਰਾ ਏਰੀਅਲ ਸਰਵੇ ਹੁੰਦਾ, ਇਹਨਾਂ ਕੋਲ ਇੰਟੈਲੀਜੈਂਸ ਹੈ। ਇਹ ਸਾਰੇ ਚੁੱਪ ਬੈਠੇ ਨੇ। ਕਿਉਂ? ਪਰ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਸੀ ਪਹਿਲਾਂ ਵਾਲਿਆਂ ਨੇ ਜਿੰਨਾ ਲੁੱਟਣਾ ਸੀ ਲੁੱਟ ਲਿਆ, ਹੁਣ ਨਹੀਂ ਅਸੀਂ ਲੁੱਟ ਹੋਣ ਮੈਨੂੰ ਹੱਥ ਜੋੜ ਕੇ ਮੈਂ ਭਗਵੰਤ ਮਾਨ ਜੀ ਤੋਂ ਮਾਫੀ ਮੰਗਦਾ। ਔਰ ਮੈਨੂੰ ਇੱਕ ਬੜਾ ਰੋਣਾ ਆਉਂਦਾ ਦੇਖ ਕੇ, ਭਗਤ ਸਿੰਘ ਦੀ ਫੋਟੋ ਨੂੰ ਨਾ ਰੋਲੋ, ਪਲੀਜ਼ ਨਾ ਰੋਲੋ। ਉਸ ਬੰਦੇ ਨੇ ਧੜ ਘਟਾਇਆ ਸੀ, ਉਹਦੀ ਫੋਟੋ ਦੇ ਬਲ 'ਤੇ ਤੁਸੀਂ ਪੰਜਾਬ 'ਚ ਸਰਕਾਰ ਲਿਆਂਦੀ। ਸ਼ਰਮ ਕਰੋ, ਪਲੀਜ਼ ਸ਼ਰਮ ਕਰੋ। ਭਗਤ ਸਿੰਘ ਨੂੰ ਨਾ ਰੋਲੋ। ਇਹਨਾਂ ਕੰਮਾਂ 'ਚ ਭਗਤ ਸਿੰਘ ਤੇ ਪੀਲੀ ਪੱਗ ਨੂੰ, ਕੇਸਰੀ ਪੱਗ ਨੂੰ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਪਾਇਆ ਸੀ, ਸਾਡੇ ਜਰਨੈਲਾਂ ਨੇ ਪਾਇਆ ਸੀ, ਮਹਾਰਾਜਾ ਰਣਜੀਤ ਸਿੰਘ ਨੇ ਪਾਇਆ ਸੀ, ਤਾਲਿਬਾਨ ਨੂੰ ਜਾ ਕੇ ਸਲਵਾਰਾਂ ਪਵਾਈਆਂ ਸੀ, ਤੁਸੀਂ ਉਸ ਕੇਸਰੀ ਰੰਗ ਤੇ ਭਗਤ ਸਿੰਘ ਨੂੰ ਰੋਲਤਾ। ਬਸ ਕਰੋ। ਔਰ ਕੇਜਰੀਵਾਲ ਸਾਹਿਬ ਦੇ ਪਿੱਛੇ ਲੱਗ ਕੇ ਉਹਨੇ ਪੰਜਾਬ ਰੋਲਤਾ। ਅੱਜ ਵੀ ਰੁਕ ਜਾਓ, ਰੋਕੋ। ਭਗਤ ਸਿੰਘ ਦਾ ਲੈਂਡ ਬਣਾਓ। ਇਹ ਭਗਤ ਸਿੰਘ ਦੀ ਧਰਤੀ ਹੈ, ਇਹਨੂੰ ਪਾਕ ਕਰੋ। ਇਹ ਨਾਪਾਕ ਕਰਤੀ ਤੁਸੀਂ। ਔਰ ਖਵਾਜੇ ਤੋਂ ਡਰੋ। ਖਵਾਜਾ ਰੰਗ ਦਿਖਾ ਰਿਹਾ ਨਾ ਆਪਣੇ ਅੱਜ ਤੁਹਾਨੂੰ, ਸਾਰੇ ਪਾਸੇ ਫਲੱਡ ਹੀ ਫਲੱਡ ਆ ਰਿਹਾ। ਖਵਾਜੇ ਨੂੰ ਪੂਜਿਆ ਜਾਂਦਾ ਸੀ ਪੁਰਾਣੇ ਜ਼ਮਾਨੇ 'ਚ ਕਿ ਉਹ ਪਾਣੀ ਦਾ ਦੇਵਤਾ ਸੀ। ਮੁਸਲਮਾਨ ਵੀ ਉਹਨੂੰ ਪੂਜਦੇ ਸੀ। ਖਵਾਜੇ ਦੀ ਤੁਸੀਂ ਬੇਅਦਬੀ ਕਰ ਰਹੇ ਹੋ। ਦਰਿਆ ਨੂੰ ਪੱਟ ਰਹੇ ਹੋ ਜਿੱਥੇ ਪਾਣੀ ਵਗਦਾ ਹੈ ਹਜ਼ਾਰਾਂ ਸਾਲਾਂ ਤੋਂ। ਸਾਡੇ ਆਉਣ ਤੋਂ ਪਹਿਲੇ ਵਗ ਰਿਹਾ ਸੀ, ਸਾਡੇ ਜਾਣ ਤੋਂ ਬਾਅਦ ਹੀ ਵਗੇਗਾ। ਧਰਤੀ ਮੁੱਕ ਜਾਏਗੀ ਤਾਂ ਵੀ ਵਗਦਾ ਹੋਏਗਾ ਉੱਥੇ। ਮਤਲਬ ਅਸੀਂ ਕੁਦਰਤ ਨਾਲ ਖੇਡ ਰਹੇ ਹਾਂ, ਅਸੀਂ ਵਾਹਿਗੁਰੂ ਨੂੰ ਚੈਲੰਜ ਕਰ ਰਹੇ ਹਾਂ। ਮੈਂ ਕਹਾਂਗਾ ਇੱਕ ਸ਼ਲੋਕ ਤੁਹਾਨੂੰ, ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦੇਵ ਸਰਾ ਦੋਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਾਚੇ ਧਰਮਿਓ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਬਾਬਾ ਨਾਨਕ ਕਹਿ ਗਿਆ ਸ਼ਲੋਕ ਦੇ ਵਿੱਚ, ਮੈਂ ਨਹੀਂ ਕਿਹਾ।
ਪਵਨ ਗੁਰੂ ਪਾਣੀ ਪਿਤਾ ਦੀ ਬੇਅਦਬੀ ਕਰ ਰਹੇ ਹਾਂ ਆਪਾਂ, ਧਰਤੀ ਮਾਤਾ ਦੀ ਬੇਅਦਬੀ ਕਰ ਰਹੇ ਹਾਂ ਔਰ ਆਪਣੀ ਦੇਸ਼ ਦੀ ਸਿਕਿਉਰਿਟੀ ਨੂੰ ਚੈਲੰਜ ਕਰ ਰਹੇ ਹਾਂ। ਇਹ ਪੰਜਾਬ ਸੈਪਰੇਟ ਸਟੇਟ ਹੈ। ਕਦੀ ਇੱਥੇ ਟੈਰਰਿਜ਼ਮ ਆ ਜਾਂਦਾ ਹੈ, ISI ਆ ਜਾਂਦੀ ਹੈ, ਹਾਲਾਤ ਵਿਗੜਨੇ ਸ਼ੁਰੂ ਹੋ ਜਾਂਦੇ ਨੇ, ਕਦੀ ਦੇਸ਼ ਨੂੰ ਬਰਬਾਦ ਕਰਨ ਲਈ ਟੈਰਰਿਜ਼ਮ ਸ਼ੁਰੂ ਕੀਤਾ ਜਾਂਦਾ ਹੈ, ਬੇਅਦਬੀ ਵਾਲੇ ਕੇਸਿਸ ਹੁੰਦੇ ਨੇ। ਇਹ ਕਿਉਂ ਹੁੰਦਾ ਪੰਜਾਬ ਦੇ ਵਿੱਚ? ਦਿਸ ਇਜ਼ ਕੰਟਰੋਲਡ ਬਾਏ ਅ ਫਿਊ ਪੋਲੀਟੀਕਲ ਫੈਮਲੀਜ਼ ਆਫ ਪੰਜਾਬ। ਆਈ ਵਿਲ ਨਾਟ ਨੇਮ them ਓਪਨਲੀ, ਐਵਰੀਬਡੀ ਨੋਜ਼ ਮੈਂ ਕਿਹਦਾ ਨਾਂ ਲੈ ਰਿਹਾ। ਉਹ ਸਾਰੇ ਬੰਦੇ ਬਾਦਲਾਂ ਤੋਂ ਟਾਈਮ ਤੇ ਸ਼ੁਰੂ ਹੋਈ, ਕੈਪਟਨ ਸਾਹਿਬ ਦੇ ਟਾਈਮ ਤੇ ਬੱਲੇ ਬੱਲੇ ਹੋਈ, ਚੰਨੀ ਸਾਹਿਬ ਦੇ ਟਾਈਮ ਤੇ ਹੋਰ ਬੱਲੇ ਬੱਲੇ ਹੋਈ, ਤੇ ਭਗਵੰਤ ਸਾਹਿਬ ਮਾਨ ਸਾਰੇ ਰਿਕਾਰਡ ਟੁੱਟ ਗਏ ਹੁਣ ਤਾਂ। ਔਰ ਇਹ ਅਸੀਂ ਨਹੀਂ ਕਹਿ ਰਹੇ, ਮਾਫ ਕਰਨਾ, ਬਾਜਵਾ ਸਾਹਿਬ ਨਹੀਂ ਕਹਿ ਰਹੇ, ਇੱਕ ਹਾਈ ਕੋਰਟ ਨੇ ਇੰਡੀਪੈਂਡੈਂਟ ਰਿਪੋਰਟ ਲਈ ਹੈ ਇੰਡੀਅਨ ਆਰਮੀ ਤੋਂ ਔਰ BSF ਤੋਂ। ਉਸ ਤੋਂ ਵੱਡੀ ਕੋਈ ਏਜੰਸੀ ਨਹੀਂ ਹੈ ਜਿਹੜਾ ਸੱਚ ਬੋਲੇ। ਉਸ ਰਿਪੋਰਟ ਵਿੱਚ ਕੀ ਕਿਹਾ ਗਿਆ ਉਹਨਾਂ ਮੈਂ ਪੜ੍ਹ ਦੇਣਾ ਜੀ ਤੁਹਾਨੂੰ, ਮੈਂ ਪਹਿਲੇ ਪੜ੍ਹਾਂਗਾ ਤੁਹਾਨੂੰ ਫੌਜ ਦੀ, ਠੀਕ ਹੈ ਜੀ। ਇਹਦੇ ਵਿੱਚ ਪੈਰਾ 2 ਚ ਉਹਨਾਂ ਨੇ ਲਿਖਿਆ ਇਲੀਗਲ ਮਾਈਨਿੰਗ ਅਕ੍ਰੋਸ ਰਾਵੀ ਰਿਵਰ adjacent to the international border Pakistan Pathankot Gurdaspur has the following implications. Implications mean direct byproduct of that illegal act. Ditches and gorges which are formed as a result of illegal mining facilitates cross border infiltration. ਤੁਸੀਂ ਦੇਖਿਆ ਚਿੱਟਾ ਕਿੰਨਾ ਵਧਿਆ ਪੰਜਾਬ 'ਚ, ਕਿੱਥੋਂ ਆਇਆ? ਉੱਥੋਂ ਹੀ ਆਇਆ। Unplanned and uncontrolled may cause changes in the natural water drainage and even change the course of the river resulting in army posts being susceptible flooding. ਸਾਡੀਆਂ border outpost posts ਨੇ BSF ਦੀਆਂ, ਆਰਮੀ ਦੀ ਪਲੇਸਮੈਂਟ ਹੈ। ਸਭ ਨੂੰ illegal has been facilitating factor towards nexus between drug smugglers, terrorists and anti-national elements operating in the hinterland nurtured and controlled by ISI. ਔਰ ਇੱਕ ਮੈਂ ਗੱਲ ਹੋਰ ਕਹਿਣਾ ਚਾਹਾਂਗਾ ਤੁਹਾਨੂੰ ਇਹਦੇ ਉੱਤੇ ਕਿ ਈਵਨ ਉਹ ਭਾਰਤ ਸਰਕਾਰ ਦੇ ਵਕੀਲ ਵੀ ਕੰਟਰੋਲ ਕਰ ਰਹੇ ਨੇ। ਇਹ ਸਾਨੂੰ ਦਿੱਤਾ ਗਿਆ ਸ਼ਨੀਵਾਰ ਸ਼ਾਮ ਨੂੰ, ਪੇਸ਼ੀ ਸੀ ਮੰਡੇ ਮਾਰਨਿੰਗ, ਔਰ ਮੈਂ ਟਰੈਵਲ ਕਰ ਰਿਹਾ ਸੀ ਸੈਟਰਡੇ, ਮੈਂ ਹਰਿਦੁਆਰ ਗਿਆ ਸੀ ਡੁਬਕੀ ਮਾਰਨ, ਵਾਪਸ ਆਇਆ, ਇਹ ਮੈਨੂੰ ਲੇਟ ਪਤਾ ਲੱਗਾ, ਨਾ ਮੈਂ ਇਹਨਾਂ ਨਾਲ ਗੱਲ ਕਰ ਪਾਇਆ। ਮੈਂ ਭਾਰਤ ਸਰਕਾਰ ਦਾ ਵਕੀਲ ਜਿਹੜਾ ਹੈ ਉਹਨੇ ਵੀ ਸਾਨੂੰ ਅਖੀਰਲੇ ਮੂਮੈਂਟ ਤੇ 8 ਵਜੇ ਈਮੇਲ ਭੇਜੀ, WhatsApp ਤੇ ਨਹੀਂ ਭੇਜਿਆ। ਈਮੇਲ ਬੰਦਾ ਕਈ ਵਾਰੀ ਚੈੱਕ ਕਰਦਾ, ਰਾਤ ਨੂੰ ਨਹੀਂ ਕਰਦਾ। ਸੋ ਉਹਨਾਂ ਦੇ ਹੱਥ ਬਹੁਤ ਡੀਪ ਨੇ, ਉਹ ਹਰ ਚੀਜ਼ ਨੂੰ ਕੰਟਰੋਲ ਕਰ ਸਕਦੇ ਨੇ। ਇੱਕ ਪਾਸੇ ਸੂਬਾ ਸਰਕਾਰ ਦੀ ਜਿੱਥੇ ਵੱਡੀ ਜ਼ਿੰਮੇਵਾਰੀ ਆ, ਤਾਂ ਇਸ ਮਸਲੇ ਨੂੰ ਲੈ ਕੇ BSF ਜਾਂ ਆਰਮੀ ਤਾਂ ਸਿੱਧਾ ਕੇਂਦਰੀ ਸਰਕਾਰ ਦੇ ਕੰਟਰੋਲ 'ਚ ਹੈ। ਫਿਰ ਕੇਂਦਰ ਸਰਕਾਰ ਦੀ ਭੂਮਿਕਾ ਕੀ ਰਹੀ ਹੈ ਇਸ ਮਸਲੇ? ਨਹੀਂ, ਕੇਂਦਰ ਸਰਕਾਰ ਦੇਖੋ ਜੀ, ਇਹ ਸਟੇਟ ਸਬਜੈਕਟ ਹੈ, ਕੇਂਦਰ ਸਰਕਾਰ ਕੁਝ ਨਹੀਂ ਕਰ ਸਕਦਾ, ਆਰਮੀ ਕੁਝ ਨਹੀਂ ਕਰ ਸਕਦੀ, BSF ਕੁਝ ਨਹੀਂ ਕਰ ਸਕਦੀ। ਇਹ ਸਿਵਲ ਐਡਮਿਨਿਸਟ੍ਰੇਸ਼ਨ ਦਾ ਮਸਲਾ ਹੈ। ਆਰਮੀ ਲਾ ਦਿਓ, ਮੈਂ ਕਹਿੰਦਾ 2 ਦਿਨ 'ਚ ਮਾਈਨਿੰਗ ਬੰਦ ਹੋ ਜਾਊਗੀ। ਤੁਸੀਂ ਜਿਹੜੇ ਕਮਾਂਡ ਹੈ ਸਾਡੀ ਇੱਥੇ, ਉਹਨੂੰ ਦੇ ਦਿਓ ਸਾਰੀ। BSF ਨੂੰ ਤਾਂ ਆਲਰੇਡੀ ਦਿੱਤੀ ਹੈ, ਮਜਬੂਰੀ 'ਚ ਦਿੱਤੀ ਹੈ ਨਾ ਸੈਂਟਰ ਨੇ। ਜਿਹੜਾ 150 ਕਿਲੋਮੀਟਰ BSF ਨੂੰ ਦਿੱਤਾ, ਕਿਉਂ ਦਿੱਤਾ ਗਿਆ? ਬੜੀ ਆਲੋਚਨਾ ਕੀਤੀ ਗਈ ਸਰਕਾਰ ਵੱਲੋਂ, ਕਿਉਂ ਦਿੱਤਾ ਗਿਆ? ਹੁਣ BSF ਤਾਂ ਹੀ ਸੱਚਾਈ ਦੱਸ ਰਹੀ ਹੈ ਹਾਈ ਕੋਰਟ ਨੂੰ। ਮਾਨਯੋਗ ਚੀਫ ਜਸਟਿਸ ਸਾਹਿਬ ਨੇ ਨਾਟ ਐਜ਼ ਚੀਫ ਜਸਟਿਸ ਫੈਸਲਾ ਕੀਤਾ ਹੈ, ਉਹਨਾਂ ਨੇ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਆਫ ਇੰਡੀਆ ਕੋਗਨੀਜੈਂਸ ਲਿਆ ਐਜ਼ ਅ ਹਿਊਮਨ ਬੀਇੰਗ ਫਸਟ ਕਿ ਸਾਡੇ ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ। ਪੰਜਾਬ ਦਾ ਮਸਲਾ ਨਹੀਂ ਹੈ, ਹਿੰਦੁਸਤਾਨ ਦਾ ਮਸਲਾ ਹੋ ਗਿਆ। ਤੁਸੀਂ ਬੜੇ ਅਹਿਮ ਨੁਕਤੇ ਆ ਜਿਹੜੇ ਸਾਂਝੇ ਕੀਤੇ ਆ ਬਾਜਵਾ ਸਾਹਿਬ। ਮੈਂ ਜ਼ਮੀਨੀ ਹਕੀਕਤ ਜਾਣਨਾ ਚਾਹੁੰਦਾ ਕਿ ਹੁਣ ਦੇ ਤਾਜ਼ਾ ਹਾਲਾਤ ਕੀ ਆ ਉਸ ਬਾਰਡਰ ਪੱਟੀ 'ਤੇ? ਵੇਖੋ ਜੀ, ਹੁਣ ਤੱਕ ਤਾਂ ਜਿਹੜੀ ਮਾਈਨਿੰਗ ਵਗੈਰਾ ਸਭ ਚੱਲ ਰਹੀ ਸੀ, ਨਾਰਮਲ ਬੰਦਾ ਵੀ ਚਾਹਵੇ ਨਾ, ਗੂਗਲ ਅਰਥ ਤੁਸੀਂ ਖੋਲੋ, ਨਰੋੜ ਜੈਮਲ ਸਿੰਘ ਤੁਸੀਂ ਖੋਲ ਲਓ, ਤੁਹਾਨੂੰ ਸਾਫ਼ ਪਤਾ ਲੱਗੂਗਾ ਉੱਤੋਂ ਕਿ ਕਿੰਨੀ ਕੁ ਮਾਈਨਿੰਗ ਹੋਈ, ਕਿੰਨਾ ਕੁ ਡੈਮੇਜ ਹੋਇਆ। ਇਹਦੇ ਵਿੱਚ ਜਿਹੜੇ ਇਹਨਾਂ ਦੇ ਬਾਇਲਾਅ ਸੀਗੇ, ਜਿਵੇਂ ਵਗਦੇ ਪਾਣੀ 'ਚ ਮਾਈਨਿੰਗ ਨਹੀਂ ਕਰਨੀ, ਅੰਡਰਗਰਾਊਂਡ ਜਿਹੜਾ ਵਾਟਰ ਹੈ ਉਸ ਤੋਂ ਥੱਲੇ ਮਾਈਨਿੰਗ ਨਹੀਂ ਕਰਨੀ, ਬੰਨ੍ਹ ਨਹੀਂ ਤੋੜਨੇ, ਰਿਵਰ ਨੂੰ ਡਾਇਵਰਟ ਨਹੀਂ ਕਰਨਾ, ਉਹਦਾ ਵਹਾਅ ਨਹੀਂ ਬਦਲਣਾ, ਉਹ ਵੀ ਬਦਲਿਆ ਇਹਨਾਂ ਨੇ। ਜਿਵੇਂ ਦੱਸਿਆ ਕਿ ਰਣਜੀਤ ਸਾਗਰ ਡੈਮ ਇੱਕ ਡਿਫੈਂਸ ਡੈਮ ਹੈ, ਜੇ ਦਰਿਆ ਤੁਸੀਂ ਵਹਾਅ ਹੀ ਮੋੜ ਦੋਗੇ, ਡਿਫੈਂਸ ਡੈਮ ਕਿਉਂ ਸਾਨੂੰ ਪਾਣੀ ਛੱਡਣਾ ਪੈ ਜੇ ਪਾਕਿਸਤਾਨ ਦਾ ਬਾਰਡਰ ਸੀਲ ਕਰਨ ਵਾਸਤੇ, ਉਹ ਆਪਣੇ ਇਲਾਕਿਆਂ ਨੂੰ ਹੀ ਫਲੱਡ ਕਰ ਦੂਗਾ, ਆਪਣਾ ਹੀ ਨੁਕਸਾਨ ਹੋ ਜਾਊਗਾ। ਸੋ ਇਹ ਸਟੇਟ ਗਵਰਨਮੈਂਟ ਦੇ ਧਿਆਨ 'ਚ ਹੀ ਸਭ ਕੁਝ ਲਿਆਉਂਦਾ ਸੀ, ਪਰ ਸਟੇਟ ਗਵਰਨਮੈਂਟ ਨੇ 6 ਸਾਲ ਕੁਝ ਵੀ ਨਹੀਂ ਕੀਤਾ। ਐਡਵੋਕੇਟ ਸਾਹਿਬ, ਅਖੀਰ ਦੇ ਵਿੱਚ ਮੇਰਾ ਆਖਰੀ ਸਵਾਲ ਹੈ ਕਿ ਇਸ ਮਸਲੇ ਨਾਲ ਜੁੜਿਆ ਹੋਰ ਕਿਹੜਾ ਹੈ? ਮੈਂ ਤੁਹਾਨੂੰ 2 ਗੱਲਾਂ ਕਹਿਣਾ ਚਾਹਾਂਗਾ। ਪਹਿਲੀ ਗੱਲ, ਕੱਲ੍ਹ ਇੱਕ PTC ਤੇ ਵਿਚਾਰ ਵਾਲਾ ਪ੍ਰੋਗਰਾਮ ਸੀ, ਉਹਦੇ 'ਚ ਕਰਨਲ ਸਾਹਿਬ ਆਏ, ਉਹਨਾਂ ਨੇ ਕਲੀਅਰਲੀ ਦੱਸਿਆ ਸਾਰੇ ਹਿੰਦੁਸਤਾਨ ਦੀਆਂ ਲੜਾਈਆਂ ਰਿਵਰ ਬੇਸਿਸ 'ਚ ਹੋਈਆਂ, ਵਰਲਡ ਦੀਆਂ। ਬਸੰਤਰ ਪਾਕਿਸਤਾਨ ਨਾਲ ਰਿਵਰ ਵੈਲੀ ਦੇ ਨਾਲ ਹੀ ਕਨੈਕਟਡ ਲੜਾਈ ਹੁੰਦੀ ਹੈ ਜੀ, ਰਿਵਰ ਦੇ ਉੱਤੇ ਹੀ ਹੁੰਦੀ ਹੈ, ਰਿਵਰ ਤੱਕ ਆ ਕੇ। ਅਲੈਗਜ਼ੈਂਡਰ ਪੋਰਸ ਵੀ ਰਿਵਰਸ ਤੱਕ ਆ ਕੇ ਲੜੇ ਆ। BSF ਨੇ ਕੀ ਕਿਹਾ? BSF ਨੇ ਇੱਕ ਚਾਰਟ ਦਿੱਤਾ, ਮੈਨੂੰ ਸ਼ਰਮ ਆਉਂਦੀ ਹੈ ਦੱਸਦੇ ਹੋਏ, ਕਿ 2.5 ਕਿਲੋਮੀਟਰ ਤੱਕ ਦੇ ਏਰੀਏ 'ਚ ਉਹ ਸਾਰਾ ਬਰਬਾਦੀ ਕੀਤੀ ਹੋਈ ਹੈ। ਔਰ ਉਹ ਕਲੀਅਰਲੀ ਕਿਹਾ ਰਿਵਰ ਫਲੋਇੰਗ ਚੇਂਜ ਇਟਸ ਕੋਰਸ, ਬਾਰਡਰ ਫੈਂਸ ਨੂੰ ਖਤਰਾ, ਆਊਟਪੋਸਟ ਨੂੰ ਖਤਰਾ, ਟਨਲ ਫਰਮ ਪਾਕਿਸਤਾਨ ਕੇ ਕਮ ਅਪ ਇਨ ਦੀਜ਼ ਏਰੀਆਜ਼, ਐਂਟੀ ਸੋਸ਼ਲ ਐਲੀਮੈਂਟਸ, ਟੈਰਰਿਸਟ may reach approach the international border fence in the guise of local people, mining workers,
ਐਂਡ ਮਾਈਨਿੰਗ ਇਜ਼ ਕੈਰੀਡ ਆਨ ਨੀਅਰ ਦੀ ਬਾਰਡਰ ਫੈਂਸ, ਔਰ ਇਹ ਰਾਤ ਵੇਲੇ ਹੁੰਦੀ ਹੈ ਜੀ। ਜੇ ਆਪਾਂ ਸੌਂ ਜਾਂਦੇ ਹਾਂ ਨਾ, ਬਹੁਤ ਵਾਰੀ ਮੈਂ ਰੋਇਆ ਹਾਈ ਕੋਰਟ ਦੇ ਅੱਗੇ ਕਿ ਰਾਤ ਵੇਲੇ ਹੁੰਦੀ ਹੈ ਜੀ। ਅਸੀਂ ਜਾ ਕੇ ਉੱਥੇ, ਔਰ ਹੋਰ ਤੁਹਾਨੂੰ ਗੱਲ ਦੱਸਦਾ, ਚੱਕੀ ਦੇ ਵਿੱਚ ਉਹਨਾਂ ਨੇ ਗੇਟ ਲਾਏ ਹੋਏ ਨੇ, ਆਮ ਬੰਦੇ ਨੂੰ ਵੜਨ ਨਹੀਂ ਦਿੰਦੇ, ਇੰਨਾ ਵੱਡਾ ਮਾਫੀਆ ਹੈ। ਐਕਸਕੇਵੇਟਰ ਕਰੋੜਾਂ ਜਾਂਦਾ, ਇੱਕ ਐਕਸਕੇਵੇਟਰ, ਇੱਕ ਜਿਹੜਾ ਟਿੱਪਰ ਟਰੱਕ ਹੈ ਉਹ 50-70 ਲੱਖ ਦਾ ਆਉਂਦਾ ਹੈ ਜੀ। ਉਹਨਾਂ ਦੀ ਡਿਟੇਲ ਕਢਾ ਲਓ। ਪਰ ਕਿਸਾਨ ਨੇ ਤਾਂ ਖੇਤੀ ਕਰਨੀ ਹੋਵੇ, ਉੱਥੇ ਦਿਨ ਵੇਲੇ ਵੀ ਸਮਾਂ ਮਿੱਥਿਆ ਹੋਇਆ, ਫਿਰ ਮਾਈਨਿੰਗ ਕਰਨ ਵਾਲਿਆਂ ਨੂੰ ਕਾਬੂ ਰਾਤ ਨੂੰ ਵੀ ਨਹੀਂ ਕੀਤਾ ਜਾ ਰਿਹਾ। ਕਿਉਂ? ਅੰਮ੍ਰਿਤਸਰ 'ਚ ਵੀ ਮਾਈਨਿੰਗ ਹੋ ਰਹੀ ਹੈ ਰਾਵੀ ਦੇ ਵਿੱਚ, ਜਿਹੜੀ ਪਾਕਿਸਤਾਨ ਜਾਂਦੀ ਹੈ। ਕਿਉਂਕਿ ਸਾਡਾ ਪੜੋਸੀ ਮੁਲਕ ਜਿਹੜੇ ਚੋਰ ਬੈਠੇ ਨੇ ਨਾ ਪਾਕਿਸਤਾਨ 'ਚ, ਉਹ ਸਾਡੇ ਜਿਹੜੇ ਚੋਰ ਬੈਠੇ ਨੇ ਉਹ ਇਹ ਵੀ ਪਾਕਿਸਤਾਨੀ ਹੋਏ ਨੇ, ਹਿੰਦੁਸਤਾਨੀ ਨਹੀਂ ਨੇ। ਇਹ ਉਹਨਾਂ ਦਾ ਕੰਮ ਇੱਥੇ ਬੈਠੇ ਕਰ ਰਹੇ ਨੇ। ਨਾਰਕੋ ਟੈਰਰਿਜ਼ਮ, ਡਰੋਨ ਆ ਸਕਦਾ ਉਸ ਰਵੀਨ ਦੇ ਵਿੱਚੋਂ, ਟੈਂਕ ਕਾਲਮ ਆ ਸਕਦਾ ਹੈ ਪਾਕਿਸਤਾਨ ਆਰਮੀ ਦਾ। ਇਹ ਬੈਠੇ, ਇਹ ਤਾਂ ਸਾਰੇ, ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਮੈਂ ਓਪਨਲੀ ਕਹਿੰਦਾ, ਦਾਵਾ ਚਲਾ ਕੇ ਕੇਸ ਚਲਾਓ, ਇਹਨਾਂ ਨੂੰ ਓਪਨਲੀ ਫਾਂਸੀ ਦਿਓ, ਗੋਲੀ ਮਾਰਨੀ ਚਾਹੀਦੀ ਹੈ। ਪਰ ਜਿਹੜੀ ਚੀਜ਼ ਕਾਨੂੰਨ ਵਿੱਚ ਨਹੀਂ ਹੈ, ਇੱਕ ਕਾਨੂੰਨ ਦਾ ਰਾਖਾ ਬੰਦਾ ਜੇ ਇਹ ਸਲਾਹ ਦੇਗਾ, ਫਿਰ ਉਹ ਤੁਹਾਡੀ ਵੀ ਆਲੋਚਨਾ ਹੋਏਗੀ ਕਿ ਇਸ ਤਰੀਕੇ ਨਾਲ ਹੋਵੇ ਆਲੋਚਨਾ। ਮੈਨੂੰ ਨਹੀਂ ਡਰ ਲੱਗਦਾ, ਦੇਸ਼ ਤੋਂ ਉੱਤੇ ਕੁਝ ਨਹੀਂ। ਭਗਤ ਸਿੰਘ ਨੇ ਸਿਰ ਵਡਵਾਇਆ ਸੀ ਆਪਣਾ, ਬੜਿਆਂ ਨੇ ਵਡਵਾਇਆ ਆਪਣੇ ਸਿਰ ਦੇਸ਼ ਦੀ ਸਿਕਿਉਰਿਟੀ ਲਈ। ਮੇਰੀ ਫੈਮਿਲੀ ਸਾਰੇ ਫੌਜੀ ਨੇ, ਬੜਿਆਂ ਨੇ ਆਪਣੀਆਂ ਜਾਨਾਂ ਦਿੱਤੀਆਂ। ਮੇਰੇ ਪਿਓ ਨੇ 3 ਲੜਾਈਆਂ ਲੜੀਆਂ, ਇੱਕ ਫੇਫੜਾ ਦਿੱਤਾ ਇੰਡੀਅਨ ਆਰਮੀ ਨੂੰ, ਠੀਕ ਹੈ ਜੀ। ਬੜਾ ਕੁਛ ਉਹਨੇ ਲੜਿਆ, 62, 65, 71। ਮੈਂ ਬੜੇ ਦੋਸਤ ਮਰਦੇ ਵੇਖੇ ਆ, श्रीनगर मरते वेखे, दोस्त ਜਿਹੜੇ फौज चले गई। मैं फौज 'ਚ जाना सी, अनफॉर्चुनेटली नहीं जा पाया। मैं इसलिए कहना गोली मारन का हक है भारत सरकार ਨੂੰ, ਜਿਹੜਾ ਸਾਡੇ ਦੇਸ਼ ਦੀ ਸਿਕਿਉਰਿਟੀ ਨੂੰ ਚੈਲੰਜ ਕਰਦਾ ਹੈ। ਕੋਈ ਵੀ ਹੈ, ਮੈਂ ਵੀ ਹਾਂ, ਗੋਲੀ ਮਾਰ ਦੇਣੀ ਚਾਹੀਦੀ ਹੈ। ਰੀਜ਼ਨ, ਦੀ ਨੇਸ਼ਨ ਕਮਸ ਫਸਟ। ਸਾਡਾ ਇੱਕ ਮੋਰਲ ਡਿਊਟੀ ਅੰਡਰ ਦੀ ਕਨਸਟੀਟਿਊਸ਼ਨ। ਅਸੀਂ ਸਾਰੇ ਰਾਈਟਸ ਮੰਗਦੇ ਨਾ ਜੀ ਕਨਸਟੀਟਿਊਸ਼ਨ ਥੱਲੇ। ਆ ਕੀ ਕਰ ਰਹੇ ਹੋ ਤੁਸੀਂ ਰਾਈਟਸ? ਉਹਨਾਂ ਜਾਨਵਰਾਂ ਦੇ ਕਿੱਥੇ ਰਾਈਟ ਗਏ? ਉੱਥੇ ਸੈਂਚੁਰੀ ਹੈ ਭਾਈ ਸਾਹਿਬ ਨੇ ਜਿਵੇਂ ਦੱਸਿਆ ਕਥਲੌਰ, ਔਰ ਉਹ ਇੱਕ ਸੈਂਸਿਟਿਵ ਈਕੋ ਸੈਂਸਿਟਿਵ ਏਰੀਆ ਹੈ। ਵਲਚਰ ਜਿਹੜੀ ਸਭ ਤੋਂ ਰੇਅਰ ਵਲਚਰ, ਜਿਹੜੇ ਗਿੱਧਾਂ ਆਪਾਂ ਕਹਿੰਦੇ ਲੁਪਤ ਹੋ ਗਈਆਂ, ਸਭ ਤੋਂ ਰੇਅਰ ਵਲਚਰ ਹੈ। ਉਹਦੀ ਇੱਕ ਬਰੀਡਿੰਗ ਕਾਲੋਨੀ ਉੱਥੇ ਸੀਗੀ, ਜਿਹੜੀ ਆ ਇਲੀਗਲ ਮਾਈਨਿੰਗ ਕਰਕੇ ਉੱਥੋਂ ਸ਼ਿਫਟ ਕਰਕੇ ਸਟੇਟ ਗਵਰਨਮੈਂਟ ਨੇ ਕੁਝ ਨਹੀਂ ਕੀਤਾ। ਉਸ ਤਰ੍ਹਾਂ ਲੱਖਾਂ ਕਰੋੜਾਂ ਰੁਪਏ ਉਹਨਾਂ ਦੀ ਬਰੀਡਿੰਗ ਵਾਸਤੇ ਖਰਚ ਰਹੇ ਨੇ, ਪਰ ਜਿੱਥੇ ਨੈਚੁਰਲੀ ਉਹ ਹੈਗੀਆਂ ਨੇ ਉਹਨਾਂ ਨੂੰ ਪ੍ਰੋਟੈਕਟ ਨਹੀਂ ਕਰਦੇ। ਉਹ ਸਾਰੀ ਕਾਲੋਨੀ ਉੱਥੋਂ ਸ਼ਿਫਟ ਕਰ ਗਈ। ਤਾਂ ਅਸੀਂ ਜਿਹੜੀ ਇਹ ਮਸਲੇ ਦੇ ਉੱਤੇ ਚਰਚਾ ਕਰ ਰਹੇ ਹਾਂ, ਇਹ ਚਰਚਾ ਇਸ ਕਰਕੇ ਲਾਜ਼ਮੀ ਆ, ਜ਼ਰੂਰੀ ਹੈ, ਕਿਉਂਕਿ ਵੱਡੇ ਵੱਡੇ ਦਾਅਵੇ ਹਰੇਕ ਜਦੋਂ ਬਦਲਦੀ ਹੈ ਸਰਕਾਰ ਕੀਤੇ ਜਾਂਦੇ ਨੇ, ਚਾਹੇ ਉਹ ਭਗਵੰਤ ਮਾਨ ਦੀ ਸਰਕਾਰ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਚੰਨੀ ਸਰਕਾਰ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਜਾਂ ਉਸ ਤੋਂ ਪਹਿਲਾਂ ਵਾਲੇ। ਪਰ ਇਹਨਾਂ ਸਾਰਿਆਂ ਦੇ ਨਾਵਾਂ ਦਾ ਜ਼ਿਕਰ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਜਦੋਂ ਇਹਨਾਂ ਨੇ ਲਿਸਟਾਂ ਗਿਣਾਉਣੀਆਂ ਹੁੰਦੀਆਂ ਤਾਂ ਲੰਬੀਆਂ ਲੰਬੀਆਂ ਹੁੰਦੀਆਂ ਨੇ ਕਿ ਅਸੀਂ ਇਹ ਕੀਤਾ ਤੇ ਉਹ ਕੀਤਾ, ਪਰ ਜ਼ਮੀਨੀ ਪੱਧਰ ਦੇ ਉੱਤੇ ਕੁਝ ਵੀ ਨਜ਼ਰ ਨਹੀਂ ਆਉਂਦਾ। ਜਿਵੇਂ ਵਕੀਲ ਸਾਹਿਬ ਨੇ ਔਰ ਪਟੀਸ਼ਨ ਕਰਤਾ ਨੇ, ਸ਼ਿਕਾਇਤ ਕਰਤਾ, ਇਹਨਾਂ ਨੇ ਇਸ ਮਸਲੇ ਨੂੰ ਉਜਾਗਰ ਕੀਤਾ ਔਰ ਸਾਨੂੰ ਉਮੀਦ ਹੈ ਕਿ ਹੁਣ ਜਦੋਂ ਇਹਨਾਂ ਨੇ ਆਵਾਜ਼ ਚੁੱਕੀ ਹੈ, ਤਮਾਣਯੋਗ ਹਾਈ ਕੋਰਟ ਨੇ ਇਸ ਦੇ ਉੱਤੇ ਜੋ ਗੱਲਾਂ ਕਹੀਆਂ ਨੇ, ਟਿੱਪਣੀਆਂ ਕੀਤੀਆਂ ਨੇ, ਔਰ BSF ਆਰਮੀ ਦੀ ਰਿਪੋਰਟ ਜੋ ਕਹਿੰਦੀ ਹੈ ਉਸ ਆਧਾਰ ਦੇ ਉੱਤੇ ਠੋਸ ਕਾਰਵਾਈ ਹੋਣੀ ਜ਼ਰੂਰੀ ਹੈ, ਕਿਉਂਕਿ ਦੇਸ਼ ਦੀ ਸੁਰੱਖਿਆ ਦਾ ਮਸਲਾ ਵੀ ਹੈ, ਇਸ ਦੇ ਨਾਲ ਪੰਜਾਬ ਦੇ ਖਜ਼ਾਨੇ ਦਾ ਮਸਲਾ ਵੀ ਹੈ, ਜਿਸ ਨੂੰ ਲੈ ਕੇ ਦੁਹਾਈ ਪਾਈ ਜਾਂਦੀ ਹੈ। ਇੱਕ ਚੀਜ਼ ਐਡ ਕਰਨਾ ਚਾਹਾਂਗਾ, ਸਾਡੇ ਕੋਲ ਇੱਕ ਬੜਾ ਵਧੀਆ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ, ਸੀਨੀਅਰ ਐਡਵੋਕੇਟ AG ਬਣੇ ਸੀ ਪੰਜਾਬ ਦੇ। ਉਹਨਾਂ ਨੂੰ ਕਿਉਂ ਹਟਾਇਆ ਗਿਆ? ਕਿਉਂਕਿ ਉਹ ਕੰਮ ਕਰ ਰਹੇ ਸੀ ਪੰਜਾਬ 'ਚ। ਤੁਸੀਂ, ਮੈਂ ਰੋਜ਼ ਵੇਖ ਰਿਹਾ ਸੀ ਕਿ ਕੋਈ ਟੈਰਰਿਸਟ ਫੜ ਰਹੇ ਨੇ, ਕੋਈ ਗੈਂਗਸਟਰ ਫੜਿਆ ਜਾ ਰਿਹਾ, ਉਹਨਾਂ ਨੂੰ ਹਟਾਤਾ ਗਿਆ। ਉਹ ਬੋਲਣਗੇ ਨਹੀਂ, ਪਰ ਇੱਕ ਵਧੀਆ ਬੰਦਾ ਜਿਹੜਾ AG ਸੀ, ਜਿਹੜਾ ਹੈਡ ਕਰ ਰਿਹਾ ਸੀ, ਜਿਹੜਾ ਇਹਦਾ ਮਸਲਾ ਕੱਢ ਸਕਦਾ ਸੀ, ਉਹਨੂੰ ਪਿਕਚਰ 'ਚੋਂ ਹੀ ਰਿਮੂਵ ਕਰਤਾ ਗਿਆ ਥੋੜ੍ਹੇ ਮਹੀਨਿਆਂ 'ਚ ਹੀ। ਵਾਏ, ਉਹ ਆਪਣਾ ਕੰਮ ਕਰ ਰਿਹਾ ਸੀ, ਉਹ ਟ੍ਰੇਨ 'ਚ ਆ ਰਹੇ ਸੀ, ਉਹਨਾਂ ਦੇ ਟ੍ਰੇਨ 'ਤੇ ਵੀ ਅਟੈਕ ਹੋਇਆ। ਵਧੀਆ ਬੰਦਾ ਇਹਨਾਂ ਨੂੰ ਕੋਈ ਚਾਹੀਦਾ ਨਹੀਂ, ਜਿਹੜਾ ਸੱਚ ਬੋਲੇ ਉਹ ਚਾਹੀਦਾ ਨਹੀਂ। ਔਰ ਇਸ ਤੋਂ ਜ਼ਿਆਦਾ ਮੈਂ ਕੀ ਬੋਲਾਂ ਜੀ, ਮੈਂ ਤਾਂ ਛੋਟਾ ਜਿਹਾ ਵਕੀਲ ਹਾਂ, 30 ਸਾਲ ਹੋ ਗਏ ਧੱਕੇ ਖਾਂਦੇ ਇਸ ਪ੍ਰੋਫੈਸ਼ਨ 'ਚ। ਔਰ ਮੈਨੂੰ ਅੱਜ ਮਾਯੂਸੀ ਹੁੰਦੀ ਹੈ ਦੇਖ ਕੇ ਕਿ ਇੱਕ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਇਹ ਦੇਸ਼ ਚਲਾਉਣਾ ਪੈਂਦਾ। ਫਿਰ ਆਪਾਂ ਇਲੈਕਸ਼ਨ ਹੀ ਕਿਉਂ ਕਰਦੇ ਹਾਂ? ਇਲੈਕਸ਼ਨ ਦੀ ਕੀ ਲੋੜ ਹੈ? ਆਰਮੀ ਨੂੰ ਹੈਂਡਓਵਰ ਕਰ ਦੇਣਾ ਚਾਹੀਦਾ। ਆਰਮੀ ਰੂਲ ਹੋ ਜਾਏ ਦੇਸ਼ ਨੂੰ, ਉਹ 1 ਸਾਲ ਦੇ ਵਿੱਚ ਸੁਧਾਰ ਦੇਣਗੇ। ਬਹੁਤ ਸ਼ੁਕਰੀਆ ਜੀ। ਤਾਂ ਅਸੀਂ ਇਸ ਮਸਲੇ ਤੇ ਗੱਲ ਕੀਤੀ ਹੈ ਤਾਂ ਕਿ ਜਿਹੜੀਆਂ ਵੀ ਕੋਈ ਬਰੀਕੀਆਂ ਨੇ, ਜਿੱਥੇ ਵੀ ਕੋਈ ਸਮੱਸਿਆ, ਉਸ ਦਾ ਹੱਲ ਹੋਣਾ ਚਾਹੀਦਾ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।